ਸਿਆਸਤ, ਵਪਾਰ, ਖੇਡਾਂ ਤੇ ਫਿਲਮ ਜਗਤ ਦੇ ਨਾਲ ਦੇਸ਼ ਦੁਨੀਆ ਦੀ ਹਰ ਵੱਡੀ ਖਬਰ ਦੇ ਲਈ ਹੁਣੇ ਡਾਊਨਲੋਡ ਕਰੋ ਦੇਸ਼ ਦੀ ਨੰਬਰ 1 ਨਿਊਜ਼ ਐਪ ਦੈਨਿਕ ਸਵੇਰਾ ਟਾਈਮਜ਼। ਸਤਿ ਸ਼੍ਰੀ ਅਕਾਲ ਜੀ। ਦੈਨਿਕ ਸਵੇਰਾ ਦੇਖ ਰਹੇ ਸਾਰੇ ਹੀ ਦਰਸ਼ਕਾਂ ਦਾ ਬਹੁਤ-ਬਹੁਤ ਸਵਾਗਤ ਹੈ। ਕੋਵਿਡ-19 ਯਾਨੀ ਕਿ ਕਰੋਨਾ ਵਾਇਰਸ ਦੀ ਮਹਾਮਾਰੀ ਦੇ ਚੱਲਦਿਆਂ ਪੂਰੀ ਦੁਨੀਆ ਦੇ ਵਿੱਚ ਇੱਕ ਲੋਕਡਾਊਨ ਲੱਗ ਚੁੱਕਾ ਹੈ, ਜਿਸ ਤੋਂ ਬਾਅਦ ਪੰਜਾਬ ਦੀ ਜੇਕਰ ਅਸੀਂ ਗੱਲ ਕਰੀਏ ਤਾਂ ਇੱਥੇ ਕਰਫਿਊ ਚੱਲ ਰਿਹਾ ਹੈ। ਪਰ ਇਸ ਕਰਫਿਊ ਦੇ ਚੱਲਦਿਆਂ ਹਾਰਟ ਦੇ ਪੇਸ਼ੈਂਟਸ, ਹਾਰਟ ਦੀ ਡਿਸੀਜ਼ ਜਿੰਨੀਆਂ ਵੀ ਨੇ, ਉਹ ਲੋਕ ਕਾਫੀ ਜ਼ਿਆਦਾ ਹਾਈ ਰਿਸਕ 'ਤੇ ਨੇ ਅਤੇ ਕਾਫੀ ਜ਼ਿਆਦਾ ਇਸ ਵੇਲੇ ਉਹਨਾਂ ਦੇ ਵਿੱਚ ਡਰ ਵੀ ਹੈ, ਜਿਸ ਬਾਰੇ ਸਾਡੇ ਨਾਲ ਗੱਲਬਾਤ ਕਰਨ ਲਈ ਮੌਜੂਦ ਨੇ ਟੈਗੋਰ ਹਸਪੀਟਲ ਤੋਂ ਡਾਕਟਰ ਵਿਜੇ ਮਹਾਜਨ ਜੀ। ਸਰ, ਸਭ ਤੋਂ ਪਹਿਲਾਂ ਤਾਂ ਇਹ ਚੀਜ਼ ਦੱਸੀ ਜਾਵੇ ਕਿ ਪ੍ਰਾਈਵੇਟ ਹੈਲਥ ਸੈਕਟਰ ਜਿਹੜਾ ਆ ਉਹ ਕਿੰਨਾ ਕੁ ਇਫੈਕਟ ਹੋਇਆ ਇਸ ਚੀਜ਼ ਦੇ ਨਾਲ? ਪ੍ਰਾਈਵੇਟ ਹੈਲਥ ਸੈਕਟਰ 'ਤੇ ਬਹੁਤ ਜ਼ਿਆਦਾ ਅਸਰ ਹੋਇਆ। ਇਹਦੇ ਕੋਵਿਡ ਦੀ ਬਿਮਾਰੀ ਆਉਣ ਤੋਂ ਬਾਅਦ ਮਰੀਜ਼ਾਂ ਦੀ ਸੰਖਿਆ ਬੜੀ ਘੱਟ ਗਈ ਹੈ। OPD ਦੇ ਮਰੀਜ਼ਾਂ ਦੀ ਸੰਖਿਆ ਬਹੁਤ ਘੱਟ ਗਈ ਹੈ। ਇਨਡੋਰ ਦੇ ਮਰੀਜ਼ ਬੜੇ ਘੱਟ ਗਏ ਹੈ। ਟ੍ਰੈਫਿਕ ਦਾ ਕੋਈ ਜ਼ਰੀਆ ਨਹੀਂ ਹੈ, ਬਾਹਰ ਦੇ ਮਰੀਜ਼ ਨਹੀਂ ਆਉਂਦੇ, ਸਿਰਫ ਲੋਕਲ ਮਰੀਜ਼ ਹੀ ਇੱਥੇ ਪਹੁੰਚ ਸਕਦੇ, ਉਹ ਵੀ ਬੜੀ ਮੁਸ਼ਕਿਲ ਦੇ ਨਾਲ। ਇਸ ਕਰਕੇ ਇਨਕਮ ਬਹੁਤ ਘੱਟ ਗਈ ਹੈ, ਪਰ ਖਰਚੇ ਬਹੁਤ ਵੱਧ ਗਏ ਨੇ, ਕਿਉਂਕਿ ਸਟਾਫ ਨੂੰ ਸਾਰਿਆਂ ਨੂੰ ਪੇ ਦੇਣੀ ਪੈਂਦੀ ਹੈ। ਸਟਾਫ ਜਿਹੜੇ ਛੋਟੇ ਤਬਕੇ ਦੇ ਆ, ਅਸੀਂ ਉਹਨਾਂ ਨੂੰ ਪੇ ਨਹੀਂ ਘਟਾ ਸਕਦੇ, ਉਹਨਾਂ ਦੀ ਮਦਦ ਕਰਨੀ ਪੈਂਦੀ ਹੈ ਸਾਨੂੰ। ਔਰ ਸਾਨੂੰ ਸਮਾਨ ਬੜਾ ਸਪੇਅਰ ਖਰੀਦਣਾ ਪੈਂਦਾ, ਜਿੱਦਾਂ ਕਿਟਸ ਹੋਈਆਂ, ਫਿਰ PP ਕਿਟਸ ਸਾਰੇ ਸਟਾਫ ਨੂੰ ਦੇਣੀਆਂ ਪੈਂਦੀਆਂ ਨੇ, ਮਾਸਕ ਦੇਣੇ ਪੈਂਦੇ ਨੇ, ਸਟਰਲਾਈਜੇਸ਼ਨ ਵਾਸਤੇ ਸਾਰਾ ਮਟੀਰੀਅਲ ਦੇਣਾ ਪੈਂਦਾ। ਇਹ ਸਾਰਾ ਕੁਝ ਮਿਲਾ ਕੇ ਖਰਚੇ ਬਹੁਤ ਜ਼ਿਆਦਾ ਵੱਧ ਗਏ ਨੇ ਔਰ ਇਨਕਮ ਜਿਹੜੀ ਹੈ ਉਹ 20-25% ਤੱਕ ਰਹਿ ਗਈ ਹੈ। ਅਤੇ ਸਰ, ਇਸੇ ਦੇ ਚੱਲਦਿਆਂ ਪੇਸ਼ੈਂਟਸ ਜਿਹੜੇ ਨੇ ਰੈਗੂਲਰ OPD ਲਈ ਆਉਂਦੇ ਸੀਗੇ ਜਾਂ ਜਿਨ੍ਹਾਂ ਨੂੰ ਟਾਈਮ ਟੂ ਟਾਈਮ ਚੈੱਕਅਪ ਦੀ ਲੋੜ ਪੈਂਦੀ ਹੈ, ਹਾਰਟ ਦੇ ਮਰੀਜ਼ ਨੇ, ਕਿਡਨੀ ਦੇ ਮਰੀਜ਼ ਨੇ, ਡਾਇਬਟਿਕ ਨੇ, ਉਹਨਾਂ ਦੇ ਵੱਲੋਂ ਇਸ ਵੇਲੇ ਤੁਹਾਨੂੰ ਕੀ ਕੰਪਲੇਂਟਸ ਸੁਣਨ ਨੂੰ ਮਿਲਦੀਆਂ ਹੈ ਜਾਂ ਕਿਸ ਤਰ੍ਹਾਂ ਦੀਆਂ ਇਸ ਵੇਲੇ ਉਹਨਾਂ ਨੂੰ ਦਿੱਕਤਾਂ ਆ ਰਹੀਆਂ ਨੇ ਜੇਕਰ ਉਹਨਾਂ ਨੇ ਆਪਣਾ ਚੈੱਕਅਪ ਕਰਵਾਉਣਾ ਹੁੰਦਾ? ਤਾਂ ਸਭ ਤੋਂ ਵੱਡੀ ਤਾਂ ਉਹਨਾਂ ਨੂੰ ਦਵਾਈ ਦੇ ਬਾਰੇ ਹੈ ਵੀ ਇੱਥੇ ਅਸੀਂ ਦਵਾਈ ਲਿਖਦੇ ਹਾਂ, ਮਰੀਜ਼ ਦੂਰ ਦੂਰ ਦੇ ਹੈ, ਪਿੰਡਾਂ ਦੇ ਰਹਿਣ ਵਾਲੇ ਹੈ, ਉਹਨਾਂ ਨੂੰ ਦਵਾਈ ਮਿਲਦੀ ਨਹੀਂ। ਉਹ ਦਵਾਈ ਲੈਣ 'ਚ ਬੜੀ ਤੰਗੀ ਹੈ ਉਹਨਾਂ ਨੂੰ। ਕੋਸ਼ਿਸ਼ ਤਾਂ ਅਸੀਂ ਕੀਤੀ ਦੀ, ਅਸੀਂ ਸਪੈਸ਼ਲ ਨੰਬਰ ਵੀ ਆਪਣਾ ਐਮਰਜੈਂਸੀ ਦਿੱਤਾ ਹੋਇਆ ਵੀ ਉਹ ਸਾਨੂੰ ਫੋਨ ਕਰਨ ਤਾਂ ਕਿ ਅਸੀਂ ਉਹਨਾਂ ਨੂੰ ਸਮਝਾਈਏ, ਪਰ ਕਈ ਜਗ੍ਹਾ ਦਵਾਈਆਂ ਦੀ ਦੁਕਾਨਾਂ ਹੀ ਹੈ ਨਹੀਂ। ਹੁਣ ਹਾਰਟ ਦਾ ਮਰੀਜ਼ ਹੈ ਜਾਂ ਸ਼ੂਗਰ ਦਾ ਮਰੀਜ਼ ਹੈ, ਉਹ ਦਵਾਈ ਤਾਂ ਨਹੀਂ ਬੰਦ ਕਰ ਸਕਦਾ, ਅਤੇ ਅਸੀਂ ਜਿੰਨੀ ਕੁ ਕੋਸ਼ਿਸ਼ ਹੈ ਅਸੀਂ ਪੂਰੀ ਕਰੀ ਦੀ ਹੈ ਤਾਂ ਕਿ ਅਸੀਂ ਉਹਨਾਂ ਨੂੰ ਇੱਥੇ ਦਵਾਈਆਂ ਮੁਹੱਈਆ ਕਰੀਏ। ਜਾਂ ਪਾਰਸਲ ਦੇ ਰਾਹੀਂ ਵੀ ਭੇਜਣਾ ਅੱਜ ਕੱਲ੍ਹ ਬਹੁਤ ਮੁਸ਼ਕਿਲ ਹੋ ਗਿਆ ਹੋਇਆ, ਜਾਂ ਅਸੀਂ ਉਹਨਾਂ ਨੂੰ ਫੋਨ 'ਤੇ ਕੈਮਿਸਟ ਸ਼ੋਪ 'ਤੇ ਬੁਲਾ ਲਈਦਾ ਜਿਹੜੀ ਨੇੜੇ ਤੇੜੇ 'ਤੇ ਹੋਏ, ਅਤੇ ਉਹਨਾਂ ਨੂੰ ਦਵਾਈ ਵਾਲੇ ਨੂੰ ਸਮਝਾ ਦੇਈਦਾ ਵੀ ਕਈ ਵਾਰੀ ਉਹ ਸਾਲਟ ਨਹੀਂ ਮਿਲਦੇ, ਅਤੇ ਇਸ ਕਰਕੇ ਕੈਮਿਸਟ ਸ਼ੋਪ ਵਾਲੇ ਨੂੰ ਸਮਝਾ ਦੇਈਦਾ ਵੀ ਇਹਦੀ ਜਗ੍ਹਾ ਇਹ ਸਾਲਟ ਦੇ ਦਿਓ ਜੇ ਤੁਹਾਡੇ ਕੋਲ ਨਹੀਂ ਹੈ। ਅਤੇ ਪਰ ਤੰਗੀਆਂ ਤਾਂ ਜ਼ਰੂਰ ਆ ਰਹੀਆਂ ਨੇ, ਹਸਪਤਾਲ ਪਹੁੰਚਣ 'ਚ ਵੀ ਤੰਗੀਆਂ ਆ ਰਹੀਆਂ ਨੇ, ਖਾਸ ਕਰਕੇ ਜਿਹੜੇ ਦੂਰ ਦੇ ਨੇ, ਜਿੱਦਾਂ ਹਿਮਾਚਲ ਦੇ ਮਰੀਜ਼ ਨੇ ਜਾਂ J&K ਦੇ ਮਰੀਜ਼ ਹੈ, ਜਿੰਨੇ ਵੀ ਹੈਗੇ ਨੇ, ਉਹਨਾਂ ਨੂੰ ਬੜੀ ਮੁਸ਼ਕਿਲ ਹੋ ਰਹੀ ਹੈ। ਉਹ ਵਿਚਾਰੇ, ਉਹਨਾਂ ਨੂੰ ਦਵਾਈਆਂ ਵੀ ਨਹੀਂ ਮਿਲ ਰਹੀਆਂ ਉੱਥੇ, ਔਰ ਇੱਥੇ ਪਹੁੰਚਣ ਵਾਸਤੇ ਬਹੁਤ ਮੁਸ਼ਕਿਲ ਹੈ। ਔਰ ਕਈ ਜਗ੍ਹਾ 'ਤੇ ਜੇ ਇੱਕ ਵਾਰੀ ਉਹ ਸਾਡੇ ਏਰੀਏ 'ਚ ਐਂਟਰ ਕਰ ਜਾਂਦੇ ਆ ਤਾਂ ਉਹਨਾਂ ਨੂੰ ਆਪਣੇ ਏਰੀਏ 'ਚ ਐਂਟਰ ਕਰਨ ਵਾਸਤੇ ਕੁਆਰੰਟੀਨ ਕਰਨਾ ਪੈਂਦਾ। ਹਰ ਸਟੇਟ ਦੇ ਆਪਣੇ ਰੂਲ ਨੇ, ਇਸ ਕਰਕੇ ਕਾਫੀ ਹੱਦ ਤੱਕ ਲੋਕਾਂ ਨੂੰ ਪਰੇਸ਼ਾਨੀ ਹੋ ਰਹੀ ਹੈ, ਜਿਹੜੇ ਮਰੀਜ਼ ਨੇ ਹਾਰਟ ਦੇ, ਸ਼ੂਗਰ ਦੇ ਜਾਂ ਬਲੱਡ ਪ੍ਰੈਸ਼ਰ, ਜਿਹਨਾਂ ਨੂੰ ਰੈਗੂਲਰ ਦਵਾਈ ਖਾਣੀ ਪੈਂਦੀ। ਅਤੇ ਸਰ, ਇਸੇ ਦੇ ਚੱਲਦਿਆਂ ਜੇਕਰ ਅਸੀਂ ਗੱਲ ਕਰੀਏ ਹੁਣ ਸਟਾਫ ਪੱਖੋਂ, ਅਤੇ ਸਟਾਫ ਕਿੰਨੀ ਕੁ ਦਿੱਕਤ ਚੱਲ ਰਿਹਾ ਹੈ? ਇੱਕ ਡਾਕਟਰ ਜਿਹੜਾ ਹੈ ਉਹ ਆਪਣੀ ਫੈਮਿਲੀ ਨਾਲ ਜਾਂ ਆਪਣੇ ਜਿੰਨੇ ਵੀ ਕੰਟੈਕਟ 'ਚ ਆਉਣ ਵਾਲੇ ਲੋਕ ਨੇ ਰੈਗੂਲਰ ਤੌਰ ਦੇ ਉੱਤੇ ਮਿਲਣ ਵਰਤਣ ਵਾਲੇ, ਉਹਨਾਂ ਨੂੰ ਕੀ ਦਿੱਕਤਾਂ ਆ ਰਹੀਆਂ ਨੇ ਉਹਨਾਂ ਦੇ ਨਾਲ? ਸਭ ਤੋਂ ਜ਼ਿਆਦਾ ਸਟਰੈਸ ਹੈਗੀ ਹੈ ਸਟਾਫ ਨੂੰ ਵੀ ਦੇਖੋ, ਇਹ ਬਿਮਾਰੀ ਜਿਹੜੀ ਹੈ ਇਹਦੇ 'ਚ ਕਾਫੀ ਹੱਦ ਤੱਕ ਤੇ ਏਸਿਮਟੋਮੈਟਿਕ ਕੈਰੀਅਰ ਨੇ। ਏਸਿਮਟੋਮੈਟਿਕ ਕੈਰੀਅਰ ਦੀ ਕੋਈ ਪਹਿਚਾਣ ਨਹੀਂ ਹੈ। ਸੋ ਵਿਚਾਰਾ ਜਿਹੜੇ ਡਾਕਟਰ ਵੀ ਹੈਗੇ ਹੈ ਜਾਂ ਨਰਸਿਸ ਵੀ ਹੈਗੀਆਂ ਨੇ ਜਾਂ ਬਾਕੀ ਸਟਾਫ ਹੈ, ਉਹਨਾਂ ਨੂੰ ਇਹਨਾਂ ਸਾਰਿਆਂ ਦੇ ਸਾਹਮਣੇ ਪੇਸ਼ ਹੋਣਾ ਪੈਂਦਾ, ਸਾਹਮਣੇ ਗੱਲਬਾਤ ਕਰਨੀ ਪੈਂਦੀ ਹੈ। ਅਜੇ ਤੱਕ ਇਹ ਕੋਸ਼ਿਸ਼ ਪੂਰੀ ਕੀਤੀ ਹੈ ਵੀ ਸੋਸ਼ਲ ਡਿਸਟੈਂਸਿੰਗ ਰੱਖੀਏ ਜਾਂ ਅਸੀਂ ਉਹਨਾਂ ਨੂੰ ਅੱਛੀ ਤਰ੍ਹਾਂ ਉਹਨਾਂ ਦੇ ਹੱਥ ਵਗੈਰਾ ਜਿਹੜੀ ਹੈ ਹਾਈਜੀਨ ਉਹਨਾਂ ਦੀ ਮੇਨਟੇਨ ਰੱਖੀਏ, ਪਰ ਫਿਰ ਵੀ ਏਸਿਮਟੋਮੈਟਿਕ ਕੈਰੀਅਰ ਸਭ ਤੋਂ ਜ਼ਿਆਦਾ ਖਤਰਨਾਕ ਨੇ। ਕਈ ਵਾਰੀ ਐਮਰਜੈਂਸੀ ਆਪਰੇਸ਼ਨ ਕਰਨੇ ਪੈਂਦੇ ਆ। ਜਦੋਂ ਐਮਰਜੈਂਸੀ ਆਪਰੇਸ਼ਨ ਕਰਨੇ ਹੁੰਦੇ ਆ, ਅਜੇ ਤੱਕ ਅਸੀਂ ਐਮਰਜੈਂਸੀ ਦੇ ਵਿੱਚ ਕੋਵਿਡ ਟੈਸਟ ਤੇ ਉਹਨਾਂ ਦਾ ਕਰਾ ਨਹੀਂ ਸਕਦੇ, ਬਾਕੀ ਸਾਰੀਆਂ ਪ੍ਰੀਕਾਸ਼ਨਸ ਲੈਂਦੇ ਆ, ਪਰ ਫਿਰ ਵੀ ਖਤਰਾ ਰਹਿੰਦਾ ਡਾਕਟਰਾਂ ਨੂੰ ਵੀ, ਐਨੈਸਥੀਸੀਆ ਦੇਣ ਵਾਲੇ ਨੂੰ ਵੀ, ਸਟਾਫ ਨੂੰ ਵੀ। ਇਸ ਕਰਕੇ ਖੌਫ ਤਾਂ ਹੈਗਾ, ਕਿਉਂਕਿ ਹਰ ਬੰਦੇ ਨੂੰ ਜਿਹੜਾ ਸਟਾਫ ਦੇ ਅੰਦਰ ਕੰਮ ਕਰਦਾ ਹੈ ਉਹਨੂੰ ਟੈਨਸ਼ਨ ਤਾਂ ਰਹਿੰਦੀ ਹੈ ਵੀ ਮੈਨੂੰ ਕਿਤੇ ਕੋਵਿਡ ਨਾ ਹੋ ਜਾਏ, ਤਾਂ ਏਸਿਮਟੋਮੈਟਿਕ ਕੈਰੀਅਰ ਨਾ ਸਾਨੂੰ ਇਫੈਕਟ ਕਰਦੇ। ਅਤੇ ਇਸ ਕਰਕੇ ਇੱਕ ਭਏ ਦਾ ਵਾਤਾਵਰਨ ਤਾਂ ਬਣਿਆ ਹੋਇਆ ਸਟਾਫ ਦੇ ਵਿੱਚ। ਕੋਸ਼ਿਸ਼ ਕਰੀਦੀ ਹੈ, ਸਾਡੀ ਇੱਕ ਟੀਮ ਇਹ ਵੀ ਹੈਗੀ ਹੈ ਕਿ ਜਿਹੜੀ ਉਹਨਾਂ ਨੂੰ ਸਟਾਫ ਦੇ ਨਾਲ ਮੀਟਿੰਗਸ ਕਰਦੀ ਹੈ ਔਰ ਉਹਨਾਂ ਨੂੰ
ਉਹਨਾਂ ਦਾ ਮਨੋਬਲ ਜਿਹੜਾ ਉੱਤੇ ਤਰਦੇ ਹਾਂ। ਹਾਂਜੀ, ਔਰ ਅਸੀਂ ਇਹਦੇ 'ਚ ਕੋਈ ਸਰਫਾ ਨਹੀਂ ਵਰਤੀਦਾ। ਸਟਾਫ ਵਾਸਤੇ ਅਸੀਂ ਸਭ ਤੋਂ ਵਧੀਆ ਪੀਪੀ ਕਿਟਸ ਰੱਖੀਆਂ ਨੇ। ਇਹ ਨਹੀਂ ਹੈ ਵੀ ਜਿਹੜਾ ਸੀਨੀਅਰ ਸਟਾਫ ਹੈ ਉਹਦੇ ਵਾਸਤੇ ਅੱਛੀਆਂ ਨੇ। ਅਸੀਂ ਮਹਿੰਗੀਆਂ ਔਰ ਬੜੀਆਂ ਸਟੈਂਡਰਡ ਦੀਆਂ ਕਿਟਸ ਰੱਖੀਆਂ ਨੇ। ਹਰ ਬੰਦੇ ਨੂੰ ਅੱਛੇ ਤਰ੍ਹਾਂ ਦੇ ਇਹ ਮਾਸਕ ਦੇਈਦੇ ਆ, ਹਰ ਬੰਦੇ ਨੂੰ ਸੈਨੀਟਾਈਜ਼ਰਸ ਦੇਈਦੇ ਆ। ਅਸੀਂ ਆਪਣੇ ਸਟਾਫ ਨੇ ਵੀ ਉਨਾ ਹੀ ਪਿਆਰਾ ਸਮਝਦੇ ਆ। ਉਹਨਾਂ ਦੀ ਵੀ ਲਾਈਫ ਹੀ ਆ, ਉਹਨਾਂ ਦੀ ਉਹ ਵੀ ਆਪਣੀ ਫੈਮਿਲੀ ਵਾਸਤੇ ਉਨੇ ਹੀ ਜ਼ਰੂਰੀ ਨੇ ਜਿੰਨੇ ਅਸੀਂ ਲੋਕ ਹੈ ਜਾਂ ਸਟਾਫ ਹੈ। ਇਸ ਕਰਕੇ ਮੈਨੇਜਮੈਂਟ ਪੂਰਾ ਧਿਆਨ ਰੱਖੇ ਕਰਦੀ ਹੈ ਵੀ ਸਟਾਫ ਖੁਸ਼ ਵੀ ਰਹੇ, ਉਹਨਾਂ ਦਾ ਮਨੋਬਲ ਵੀ ਉੱਤੇ ਰਹੇ। ਜੇ ਉਹਨਾਂ ਦਾ ਮਨੋਬਲ ਠੀਕ ਰਹੇਗਾ, ਉਹਨਾਂ ਨੂੰ ਫਾਈਨੈਂਸ਼ੀਅਲੀ ਵੀ ਠੀਕ ਰੱਖਣ ਦੀ ਕੋਸ਼ਿਸ਼ ਕਰੀਦੀ ਹੈ, ਅਤੇ ਉਹ ਤਾਂ ਹੀ ਉਹ ਰੱਜ ਕੇ ਕੰਮ ਕਰਨਗੇ ਅਤੇ ਉਹ ਅੱਗੇ ਰਿਸਕ ਲੈ ਕੇ ਮਰੀਜ਼ਾਂ ਨੂੰ ਅਟੈਂਡ ਕਰ ਸਕਣਗੇ। ਸੋ ਸਰ, ਜੇਕਰ ਅਸੀਂ ਗੱਲ ਕਰੀਏ ਇੱਕ ਹਾਰਟ ਦੇ ਮਰੀਜ਼ ਦੀ, ਡਾਇਬੀਟਿਕ ਦੀ ਜਾਂ ਕਿਡਨੀ ਦੇ ਮਰੀਜ਼ ਦੀ, ਤੇ ਉਹ ਕਿੰਨੇ ਕੁ ਜ਼ਿਆਦਾ ਹਾਈ ਰਿਸਕ 'ਤੇ ਨੇ ਇਸ ਕਰੋਨਾ ਵਾਇਰਸ ਦੇ ਚੱਲਦਿਆਂ ਹੋਇਆਂ, ਜਾਂ ਇਸ ਬਿਮਾਰੀ ਦੀ ਜਿਹੜੀ ਸੀਰੀਅਸਨੈਸ ਹੈ ਉਹ ਕਿੰਨੀ ਕੁ ਜ਼ਿਆਦਾ ਹੈ? ਜਿਹੜੀ ਹੈਗੀ ਹੈ, ਕੋਈ ਵੀ ਮਰੀਜ਼ ਜਿਹੜਾ 60 ਸਾਲ ਤੋਂ ਉਮਰ ਹੈ ਨਾ, ਉਹਨੂੰ ਇਸ ਬਿਮਾਰੀ ਦਾ ਬਹੁਤ ਜ਼ਿਆਦਾ ਖਤਰਾ ਹੈ। ਉਹ ਖਤਰਾ ਦੋ ਕਾਰਨਾਂ ਕਰਕੇ ਹੈ। ਇੱਕ ਤਾਂ ਉਮਰ ਦੇ ਹਿਸਾਬ ਨਾਲ ਇਮਿਊਨਿਟੀ ਘੱਟ ਜਾਂਦੀ। ਜਿਸ ਲਈ ਵੀ ਬੰਦਾ ਵੱਡਾ ਹੁੰਦਾ ਹੈ, ਉਹਦੀ ਇਮਿਊਨਿਟੀ ਆਮ ਬੰਦੇ ਤੋਂ ਘੱਟ ਹੁੰਦੀ ਹੈ। ਦੂਜੇ ਫੇਫੜੇ ਜਿਹੜੇ ਹੈਗੇ ਨੇ ਉਹ ਉਨੇ ਸਪੰਜੀ ਨਹੀਂ ਰਹਿੰਦੇ ਜਿੰਨੇ ਕਿ ਆਮ ਇੱਕ ਜਵਾਨ ਬੰਦੇ ਦੇ ਹੁੰਦੇ ਆ। ਇਸ ਕਰਕੇ ਉਹਨੂੰ ਚਾਹੇ ਬਿਮਾਰੀ ਹੈ ਤਾਂ ਨਹੀਂ ਹੈ, ਉਹ 60 ਸਾਲ ਤੋਂ ਉੱਤੇ ਦੇ ਬੰਦੇ ਨੂੰ ਜਾਣ ਦਾ ਜ਼ਿਆਦਾ ਖਤਰਾ ਹੈ ਕਰੋਨਾ ਤੋਂ। ਪਰ ਜਿਹਨੂੰ ਨਾਲ ਦੀਆਂ ਬਿਮਾਰੀਆਂ ਨੇ, ਕਿਉਂਕਿ ਜਿੱਦਾਂ ਉਮਰ ਵੱਧਦੀ ਹੈ, ਸ਼ੂਗਰ ਦੀ ਬਿਮਾਰੀ, ਹਾਰਟ ਦੀ ਬਿਮਾਰੀ, ਬਲੱਡ ਪ੍ਰੈਸ਼ਰ ਦੀ ਬਿਮਾਰੀ, ਕਿਡਨੀ ਦੀ ਬਿਮਾਰੀ, ਇਹ ਲੱਗਦੀਆਂ ਹੀ ਨੇ। ਅਤੇ ਸਭ ਤੋਂ ਜ਼ਿਆਦਾ ਖਤਰਾ ਹਾਰਟ ਦੇ ਪੇਸ਼ੈਂਟ ਨੂੰ ਹੈ, ਕਿਉਂਕਿ ਇਹ ਜਿਹੜਾ ਕੀਟਾਣੂ ਹੈ, ਇਹ ਜਿਹੜਾ ਵਾਇਰਸ ਹੈ, ਇਹ ਹਾਰਟ ਦੇ ਉੱਤੇ ਡਾਇਰੈਕਟ ਅਸਰ ਵੀ ਕਰਦਾ ਹੈ। ਡਾਇਰੈਕਟ ਅਸਰ ਕਰਦਾ ਅਤੇ ਹਾਰਟ ਦੇ ਉੱਤੇ ਸੋਜਿਸ਼ ਕਰਦਾ। ਇਸ ਕਰਕੇ ਜਿਹੜੇ ਬੰਦੇ ਪਹਿਲੇ ਹਾਰਟ ਦੇ ਮਰੀਜ਼ ਨੇ ਔਰ ਉਹਨਾਂ ਨੂੰ ਇਹ ਬਿਮਾਰੀ ਹੋ ਜਾਂਦੀ ਹੈ ਅਤੇ ਡਬਲ ਅਸਰ ਹੋ ਜਾਂਦਾ ਉਹਨਾਂ 'ਤੇ। ਇਸ ਕਰਕੇ ਉਹਨਾਂ ਦੀ ਤੁਸੀਂ ਦੇਖਿਆ ਹੋਣਾ ਵੀ ਜਲੰਧਰ 'ਚ ਵੀ ਜਿਹੜੀਆਂ 2-3 ਡੈਥਸ ਹਾਰਟ ਵਾਲੀਆਂ ਹੋਈਆਂ ਨੇ, ਇੱਕਦਮ ਹੀ ਉਹਨਾਂ ਦੀ ਡੈਥਸ ਹੋ ਗਈਆਂ ਨੇ, ਕਿਉਂਕਿ ਇੱਕ ਤਾਂ ਬਿਮਾਰੀ ਪਹਿਲੇ ਸੀ ਉਹਨਾਂ ਨੂੰ, ਉੱਤੇ ਉਹਨਾਂ ਨੂੰ ਇਹ ਕੀਟਾਣੂ ਨੇ ਜਾਂ ਇਸ ਵਾਇਰਸ ਨੇ ਡਾਇਰੈਕਟਲੀ ਉਹਨਾਂ ਦੀ ਹਾਰਟ 'ਤੇ ਅਸਰ ਕੀਤਾ, ਅਤੇ ਇਸ ਕਰਕੇ ਇਹ ਮਰੀਜ਼ ਹਾਰਟ ਵਾਲੇ ਬੜੀ ਜਲਦੀ ਡੈਥ ਹੋ ਜਾਂਦੀ ਹੈ। ਉਸੇ ਤਰ੍ਹਾਂ ਹੀ ਬਲੱਡ ਪ੍ਰੈਸ਼ਰ ਦੇ ਮਰੀਜ਼ਾਂ ਨੂੰ ਬਹੁਤ ਖਤਰਾ ਹੈ। ਸ਼ੂਗਰ ਦੇ ਮਰੀਜ਼ ਨੂੰ ਦੋ ਤਰ੍ਹਾਂ ਦਾ ਖਤਰਾ ਹੈ। ਇੱਕ ਤਾਂ ਇਹ ਹੈਗਾ ਵੀ ਸ਼ੂਗਰ ਦੇ ਬੰਦੇ ਦੀ ਇਮਿਊਨਿਟੀ ਬੜੀ ਘੱਟ ਹੁੰਦੀ ਹੈ, ਜਿੱਦਾਂ ਉਹਨੂੰ ਸ਼ੂਗਰ ਹੋ ਜਾਂਦੀ ਹੈ। ਦੂਜਾ, ਸ਼ੂਗਰ ਦੇ ਲੈਵਲ ਜਿਸਲੇ ਹਾਈ ਹੁੰਦੇ ਹੈ ਅਤੇ ਇਹ ਕੀਟਾਣੂ ਸਰੀਰ ਦੇ ਵਿੱਚ ਬੜੇ ਵੱਧਦੇ ਫੁੱਲਦੇ ਨੇ। ਤੁਸੀਂ ਦੇਖਿਆ ਹੋਣਾ ਵੀ ਸ਼ੂਗਰ ਦੇ ਵਿੱਚ ਇਨਫੈਕਸ਼ਨ ਕੋਈ ਹੋ ਜਾਏ, ਉਹ ਬੜੀ ਜਲਦੀ ਫੈਲ ਜਾਂਦਾ ਹੈ। ਉਸੇ ਤਰ੍ਹਾਂ ਇਹ ਵਾਇਰਸ ਲੋਡ ਜਿਹੜਾ ਹੈ ਬੜਾ ਜ਼ਿਆਦਾ ਇਹਨਾਂ ਦੇ ਵਿੱਚ ਹੋ ਜਾਂਦਾ, ਅਤੇ ਇਸ ਕਰਕੇ ਸ਼ੂਗਰ ਦੇ ਮਰੀਜ਼ ਨੂੰ ਵੀ ਡਬਲ ਰਿਸਕ ਹੁੰਦਾ ਹੈ। ਕੈਂਸਰ ਦੇ ਮਰੀਜ਼ ਨੇ, ਉਹਨਾਂ ਨੂੰ ਵੀ ਰਿਸਕ ਹੁੰਦਾ ਹੈ। ਕਿਡਨੀ ਵਾਲੇ ਮਰੀਜ਼ ਜਿਹੜੇ ਨੇ, ਉਹਨਾਂ ਨੂੰ ਹਰ ਤਰ੍ਹਾਂ ਦਾ ਰਿਸਕ ਹੈ, ਕਿਉਂਕਿ ਇੱਥੇ ਕਿਡਨੀ ਦੀ ਬਿਮਾਰੀ ਹੋਰ ਕਰਕੇ ਖੁਦ ਇਮਿਊਨਿਟੀ ਘੱਟ ਹੁੰਦੀ ਹੈ, ਅਤੇ ਕਿਡਨੀ ਦੀ ਬਿਮਾਰੀ ਹੁੰਦੀ ਵੀ ਉਹਨਾਂ ਨੂੰ ਹੈ ਜਿਨ੍ਹਾਂ ਨੂੰ ਸ਼ੂਗਰ ਦੀ ਬਿਮਾਰੀ ਹੋਏ ਜ਼ਿਆਦਾਤਰ, ਜਾਂ ਬਲੱਡ ਪ੍ਰੈਸ਼ਰ ਦੀ ਬਿਮਾਰੀ ਹੋਏ, ਅਤੇ ਉਹਨਾਂ ਨੂੰ 2-3 ਰਿਸਕ ਫੈਕਟਰ ਇਕੱਠੇ ਹੋ ਜਾਂਦੇ ਨੇ। ਕਿਡਨੀ ਦਾ ਵੀ ਹੈ, ਸ਼ੂਗਰ ਅਤੇ ਬਲੱਡ ਪ੍ਰੈਸ਼ਰ ਦਾ ਵੀ ਹੈ। ਇਸ ਕਰਕੇ ਜਲੰਧਰ 'ਚ ਵੀ ਤੁਸੀਂ ਦੇਖਿਆ ਹੋਣਾ ਵੀ ਜਿਹੜੀਆਂ ਡੈਥਸ ਹੋਈਆਂ ਨੇ ਹਾਰਟ ਔਰ ਕਿਡਨੀ ਦੇ ਮਰੀਜ਼ਾਂ ਦੀਆਂ ਹੋਈਆਂ, ਲਗਭਗ ਸਾਰਿਆਂ ਦੀ। ਇਸ ਕਰਕੇ ਇਹਨਾਂ ਦੀ ਕਿਉਂਕਿ ਇਮਿਊਨਿਟੀ ਘੱਟ ਸੀ, ਇਹ ਇਫੈਕਟ ਹੈ, ਅਤੇ ਇਸ ਕਰਕੇ ਇਹਨਾਂ ਦੀਆਂ ਜਾਨਾਂ ਜ਼ਿਆਦਾ ਖਤਰੇ 'ਤੇ ਹੁੰਦੀਆਂ ਨੇ। ਅਤੇ ਸਰ, ਜੇਕਰ ਅਸੀਂ ਹੁਣ ਗੱਲ ਕਰੀਏ ਡਾਕਟਰਸ ਦੀ, ਅਤੇ ਡਾਕਟਰਸ ਅਤੇ ਜਿਹੜਾ ਸਟਾਫ ਹੈ ਇਸ ਵੇਲੇ ਪ੍ਰਾਈਵੇਟ ਹੈਲਥ ਸੈਕਟਰ ਦਾ ਫਰੰਟ ਲਾਈਨ 'ਤੇ ਹੋ ਕੇ ਇੱਕ ਵਾਰ ਲੜ ਰਿਹਾ ਹੈ ਇਸ ਦੇ ਅਗੇਂਸਟ, ਉਹ ਇਮੋਸ਼ਨਲੀ ਕਿੰਨਾ ਕੁ ਡਿਸਟਰਬ ਹੋਇਆ ਇਸ ਚੀਜ਼ ਦੇ ਨਾਲ? ਮਾਨਸਿਕ ਇਫੈਕਟ ਤਾਂ ਬਹੁਤ ਹੈ। 2-3 ਚੀਜ਼ਾਂ ਇੱਥੇ ਪੰਜਾਬ 'ਚ ਹੈਗੀਆਂ ਨੇ। ਇੱਕ ਤਾਂ ਇਹ ਹੈਗਾ ਵੀ ਥੋੜ੍ਹਾ ਗੌਰਮੈਂਟ ਦਾ ਪ੍ਰੈਸ਼ਰ ਪ੍ਰਾਈਵੇਟ ਹਸਪਤਾਲਾਂ ਦੇ ਵਿੱਚ ਪਿੱਛੇ ਦੇਖਿਆ ਗਿਆ ਬਹੁਤ ਜ਼ਿਆਦਾ ਹੈ। ਉਹਨਾਂ ਨੂੰ ਹੱਲਾਸ਼ੇਰੀ ਦੇਣ ਦੇ ਸਵਾਏ ਉਹਨਾਂ ਨੂੰ ਉਲਟਾ ਉਹਨਾਂ 'ਤੇ ਪ੍ਰੈਸ਼ਰ ਪਾਇਆ ਗਿਆ। ਕੁਛ ਇਹੋ ਜਿਹੀਆਂ ਸਟੇਟਮੈਂਟਸ ਲੀਡਰਾਂ ਦੀਆਂ ਆਈਆਂ ਜਿਹਦੇ ਨਾਲ ਕਿ ਉਹ ਬੜੇ ਵਿਚਾਰੇ ਹਤੋਤਸਾਹਿਤ, ਜਿਹਨੂੰ ਕਹਿੰਦੇ ਆ, ਬੜੇ ਡਿਪਰੈਸ਼ਨ 'ਚ ਚਲੇ ਗਏ ਆ ਵੀ ਉਹ ਸੇਵਾ ਵੀ ਕਰ ਰਹੇ ਆ, ਜਾਨ ਦਾ ਖਤਰਾ ਵੀ ਲੈ ਰਹੇ ਆ। ਅਤੇ ਕੋਈ ਵੀ ਪ੍ਰਾਈਵੇਟ ਹਸਪਤਾਲ ਜਿਹੜਾ ਹੈ, ਕੋਈ ਛੋਟਾ ਮੋਟਾ ਹੋਏਗਾ, ਬਾਕੀ ਸਾਰੇ ਹਸਪਤਾਲ ਇਹਨਾਂ ਦਿਨਾਂ 'ਚ ਆਪਣਾ ਪੂਰਾ ਜਿੰਨਾ ਵੀ ਕੰਮ ਕਰ ਸਕਦੇ ਆ ਉਹ ਕਰ ਰਹੇ ਆ, ਅਤੇ ਗੌਰਮੈਂਟ ਦੇ ਨਾਲ ਮੁੰਡੇ ਤੋਂ ਮੁੰਡਾ ਮਿਲਾ ਕੇ ਚੱਲ ਰਹੇ ਆ। ਜਲੰਧਰ ਦੇ ਵਿੱਚ ਤਾਂ ਇੱਕ ਹੋਰ ਵੀ ਚੀਜ਼ ਹੈ ਵੀ ਇੱਥੇ ਦੇ ਪ੍ਰਾਈਵੇਟ ਕੁਛ ਹਸਪਤਾਲਾਂ ਨੇ ਮਿਲ ਕੇ ਇੱਕ ਸਪੈਸ਼ਲ ਕੋਵਿਡ ਸੈਂਟਰ ਲੱਖਾਂ ਰੁਪਏ ਖਰਚ ਕਰਕੇ ਸ਼ਾਹਕੋਟ ਦੇ ਨੇੜੇ ਬਣਾਇਆ। ਹੁਣ ਉੱਥੇ 3-4 ਮਰੀਜ਼ ਵੀ ਹੈਗੇ ਨੇ, ਅਤੇ ਉਹ ਬੜੀ ਵੱਡੀ ਇੱਕ ਫੈਸਿਲਿਟੀ ਹੈ ਜਿਹੜੀ ਕਿ ਪ੍ਰਾਈਵੇਟ ਸੈਕਟਰ ਨੇ ਦਿੱਤੀ ਹੈ ਇਸ ਬਿਮਾਰੀ ਦੇ ਕੰਟਰੋਲ ਵਾਸਤੇ। ਅਤੇ ਸਰ, ਇਹ ਜਿਹੜੀ ਤੁਸੀਂ ਗੱਲ ਕੀਤੀ ਹੈ ਕਿ ਇੱਕ ਵੱਖਰਾ ਸੈਂਟਰ ਬਣਾਇਆ ਗਿਆ ਕੋਵਿਡ ਸੈਂਟਰ, ਜਿਹੜਾ ਕਿ ਸ਼ਹਿਰ ਤੋਂ ਬਾਹਰ ਹੈ,
ਕਿ ਇਸ ਦੇ ਜਿਹੜੇ ਐਕਸਪੈਂਡੀਚਰਸ ਨੇ, ਕਿਉਂਕਿ ਕਾਫੀ ਪੇਸ਼ੈਂਟਸ ਐਸੇ ਵੀ ਇਸ ਵੇਲੇ ਆ ਰਹੇ ਹੈ ਜਿਨ੍ਹਾਂ ਦੇ ਕੋਲ ਇਸ ਵੇਲੇ ਪੈਸਾ ਹੀ ਨਹੀਂ ਹੈ, ਇਨਕਮ ਹੀ ਨਹੀਂ ਹੈ, ਤੇ ਉੱਥੇ ਜਿਹੜੇ ਲੋਕ ਟ੍ਰੀਟਮੈਂਟ ਲਈ ਜਾਣਗੇ ਕਿ ਉਹਨਾਂ ਦਾ ਐਕਸਪੈਂਡੀਚਰ ਡਾਕਟਰਸ ਆਪ ਚੱਕ ਰਹੇ ਨੇ? ਜਿਹੜੇ ਤੇ ਹਸਪਤਾਲਾਂ ਦੇ ਰਿਸ਼ਤੇ ਮਰੀਜ਼ ਨੇ, ਜਿੱਦਾਂ ਹੁਣ ਕਿਡਨੀ ਹਸਪਤਾਲ ਦੇ ਵਿੱਚ ਤੁਸੀਂ ਦੇਖਿਆ ਹੋਣਾ ਵੀ 3-4 ਬੰਦੇ ਇਨਫੈਕਟਡ ਹੋਏ ਆ, ਉਹ ਤੇ ਅਸੀਂ ਇਹ ਕਿਹਾ ਵੀ ਹਸਪਤਾਲ ਵਾਲੇ ਪੈਸੇ ਦੇਣ, ਕਿਉਂਕਿ ਵਿਚਾਰੇ ਸਟਾਫ ਤੇ ਇਹਦੇ 'ਚ ਕੋਈ ਗਲਤੀ ਨਹੀਂ ਹੈ, ਤੇ ਉਹ ਉਹਨਾਂ ਭਰਨ। ਬਾਕੀ ਜਿਹੜੀ ਜਨਤਾ ਉਹਦੇ ਵਾਸਤੇ ਵੀ ਅਸੀਂ ਕੋਸ਼ਿਸ਼ ਇਹੀ ਹੈ ਵੀ ਜਿਹੜਾ ਗਰੀਬ ਆਦਮੀ ਹੈ, ਜਿਹੜਾ ਅਫੋਰਡ ਹੀ ਨਹੀਂ ਕਰ ਸਕਦਾ, ਉਹਨੂੰ ਤਾਂ ਜਿੰਨੀ ਮਦਦ ਹੋਏ ਫਾਈਨੈਂਸ਼ੀਅਲੀ ਕਰੀਏ, ਪਰ ਜਿਹੜਾ ਅਫੋਰਡ ਕਰ ਸਕਦਾ ਹਾਂਜੀ ਉਹ ਅੱਛੇ ਹਸਪਤਾਲ ਸਾਫ ਸੁਥਰੇ 'ਚ ਰਹਿਣਾ ਚਾਹੇਗਾ, ਤੇ ਉਹਦੇ ਵਾਸਤੇ ਅਸੀਂ ਰੀਜ਼ਨੇਬਲ ਪੇਮੈਂਟ ਜਿਹੜੀ ਹੈ ਉਹ ਰੱਖੀ ਹੋਈ ਉਸ ਹਸਪਤਾਲ ਦੇ ਵਾਸਤੇ। ਤੇ ਸਰ ਇਸੇ ਦੇ ਨਾਲ ਹੁਣ ਇੱਕ ਸਵਾਲ ਬਹੁਤ ਜ਼ਰੂਰੀ ਹੈ ਕਿ ਗਵਰਨਮੈਂਟ ਨੇ ਪ੍ਰਾਈਵੇਟ ਅਦਾਰਿਆਂ ਲਈ, ਪ੍ਰਾਈਵੇਟ ਹੈਲਥ ਸੈਕਟਰ ਲਈ ਵੀ ਕੁਝ ਸਪੈਸ਼ਲ ਹਦਾਇਤਾਂ ਪਾਸ ਕੀਤੀਆਂ ਸੀਗੀਆਂ। ਉਹ ਹਦਾਇਤਾਂ ਹੁਣ ਤੱਕ ਕਿੰਨੀਆਂ ਕਾਮਯਾਬ ਹੋਈਆਂ ਨੇ ਤੇ ਕਿੰਨੀਆਂ ਨਾਕਾਮਯਾਬ ਰਹੀਆਂ ਨੇ? ਦੇਖੋ, ਸਭ ਤੋਂ ਪਹਿਲੇ ਤਾਂ ਗੌਰਮੈਂਟ ਨੇ ਕਿਹਾ ਵੀ ਤੁਸੀਂ ਆਪਣੇ OPD ਖੋਲ੍ਹੋ। ਉਹਨਾਂ 'ਚ ਇਹ ਸੀਗਾ ਵੀ ਵੱਡੇ ਹਸਪਤਾਲਾਂ ਦੇ ਵਿੱਚ ਤੇ ਕੰਮ ਚੱਲਦਾ ਹੀ ਆ, ਉਹਨਾਂ ਨੇ ਫਾਈਨੈਂਸ਼ੀਅਲੀ ਤੇ ਆਪਣੇ ਆਪ ਨੂੰ ਸਰਵਾਈਵ ਕਰਨ ਦੀ ਕੋਸ਼ਿਸ਼ ਕਰਨੀ ਹੈ, ਉਹ ਤਾਂ ਪਹਿਲੇ ਚੱਲ ਰਹੇ ਸੀ। ਕੁਛ ਇਹ ਛੋਟੇ ਹਸਪਤਾਲ ਵਾਲਿਆਂ ਨੇ ਆਪਣਾ ਕੰਮ ਕਰਨਾ ਬੰਦ ਕੀਤਾ ਹੋਇਆ ਸੀ, ਪਰ ਹੁਣ ਆਸਤਾ ਸਾਰੇ ਲੋਕ, ਹਰ ਬੰਦੇ ਨੂੰ ਲਾਈਫ ਵੀ ਹੈ ਤੇ ਲਿਵਿੰਗ ਵੀ ਹੈ, ਜੀਣਾ ਵੀ ਹੈ, ਤੇ ਨਾਲ ਅੱਗੇ ਆਪਣਾ ਖਾਣਾ ਪੀਣਾ ਵੀ ਕਰਨਾ, ਆਪਣੀ ਫੈਮਿਲੀ ਨੂੰ ਵੀ ਚਲਾਉਣਾ। ਇਸ ਕਰਕੇ ਆਸਤਾ ਹੁਣ ਲਗਭਗ ਸਾਰੇ ਲੋਕ OPD ਜਿਹੜੇ ਕਰਨ ਵਾਲੇ ਸੀ OPD ਕਰ ਰਹੇ ਆ, ਜਿਹੜੇ ਛੋਟੇ ਹਸਪਤਾਲ ਵਾਲੇ ਉਹਨਾਂ ਨੇ ਵੀ ਹਸਪਤਾਲ ਖੋਲ੍ਹ ਲਿਆ ਤੇ ਆਪਣਾ ਕੰਮ ਕਰਨਾ ਸਾਰਿਆਂ ਨੇ ਸ਼ੁਰੂ ਕੀਤਾ ਹੈ। ਗੌਰਮੈਂਟ ਵੱਲੋਂ ਕੋਈ ਫਾਈਨੈਂਸ਼ੀਅਲ ਹੈਲਪ ਦੀ ਹਜੇ ਤੱਕ ਕਿਸੇ ਤਰੀਕੇ ਦੀ ਉਹ ਨਹੀਂ ਦਿੱਤੀ ਗਈ ਹੈ, ਕਿਉਂਕਿ ਖਰਚੇ ਬਹੁਤ ਹੋ ਰਹੇ ਨੇ, ਤੇ ਨਾ ਕੋਈ ਇਹੋ ਜਿਹਾ ਕੋਈ ਬਿਜਲੀ ਦੀ ਸਸਤੀ ਕੀਤੀ ਜਾਏ ਜਾਂ ਕੁਛ ਇਹੋ ਜਿਹਾ ਪ੍ਰਬੰਧ ਕੀਤਾ ਜਾਏ। ਅਜੇ ਇਹੋ ਜਿਹੀ ਕੋਈ ਫੈਸਿਲਿਟੀ ਗੌਰਮੈਂਟ ਵੱਲੋਂ ਨਹੀਂ ਆਈ ਹੈ, ਤੇ ਉਮੀਦ ਅਸੀਂ ਕਰਦੇ ਹਾਂ ਕਿ ਗੌਰਮੈਂਟ ਇਸ ਪਾਸੇ ਸੋਚੇਗੀ ਔਰ ਜੇ ਹੋ ਸਕੇ ਤਾਂ ਫਾਈਨੈਂਸ਼ੀਅਲ ਹੈਲਪ ਵੀ ਕਰੇਗੀ, ਤਾਂ ਕਿ ਇਹ ਵੀ ਜਨਤਾ ਦੀ ਸੇਵਾ ਕਰ ਸਕਣ। ਕਿਉਂਕਿ ਪ੍ਰਾਈਵੇਟ ਹਸਪਤਾਲ ਜਿਹੜੇ ਨੇ ਉੱਥੇ ਜਨਰਲ ਪੇਸ਼ੈਂਟ ਵੀ ਤਾਂ ਆਉਂਦੇ ਨੇ ਨਾ, ਉਹਨਾਂ ਦਾ ਇਲਾਜ ਹੋਣਾ ਵੀ ਤਾਂ ਜ਼ਰੂਰੀ ਹੈ। ਸਿਰਫ ਕੋਵਿਡ ਪੇਸ਼ੈਂਟ ਦਾ ਇਲਾਜ ਹੋਣਾ ਜ਼ਰੂਰੀ ਨਹੀਂ ਹੈ। ਅਸੀਂ ਇਹ ਨਹੀਂ ਕਰ ਸਕਦੇ ਵੀ ਕੋਵਿਡ ਵੱਲ ਹੀ ਧਿਆਨ ਕਰੀਏ ਤੇ ਦੂਜੇ ਜਨਰਲ ਪੇਸ਼ੈਂਟਸ ਨੂੰ ਛੱਡ ਦਈਏ, ਇੱਦਾਂ ਛੱਡ ਦਈਏ। ਉਹਨਾਂ ਦੀ ਜਾਨ ਵੀ ਉਨੀ ਜ਼ਰੂਰੀ ਹੈ ਜਿੰਨੀ ਕਿ ਦੂਜੀ ਜ਼ਰੂਰੀ ਹੈ। ਇਸ ਕਰਕੇ ਪ੍ਰਾਈਵੇਟ ਸੈਕਟਰ ਦਾ ਬੜਾ ਰੋਲ ਹੈ ਲੋਕਾਂ ਦੀ ਜਾਨ ਬਚਾਉਣ ਦੇ ਵਿੱਚ। ਤੇ ਸਰ ਹੁਣ ਤੱਕ ਸਰਕਾਰ ਨੇ ਜਿਹੜੇ ਵੀ ਸਟੈਪਸ ਚੱਕੇ ਨੇ ਉਹ ਕਿਤੇ ਨਾ ਕਿਤੇ ਕਾਮਯਾਬ ਵੀ ਹੋਏ ਨੇ ਤੇ ਕਿਤੇ ਨਾ ਕਿਤੇ ਉਹ ਫਿਜ਼ੂਲ ਵੀ ਗਏ ਨੇ, ਪਰ ਐਸੇ ਕਿਹੜੇ ਸਟੈਪਸ ਨੇ ਜਿਹੜੀ ਗਵਰਨਮੈਂਟ ਚੱਕ ਸਕਦੀ ਸੀਗੀ ਪਰ ਹਾਲੇ ਤੱਕ ਚੱਕੇ ਨਹੀਂ ਗਏ ਤੇ ਉਹਨਾਂ ਨੂੰ ਚੱਕਣੇ ਚਾਹੀਦੇ ਨੇ? ਦੇਖੋ, ਸਭ ਤੋਂ ਵੱਡੀ ਤੇ ਗੌਰਮੈਂਟ ਦੀ ਅਣਗਹਿਲੀ ਜਿੱਥੇ ਹੋ ਰਹੀ ਹੈ ਵੀ NRI ਅੰਦਰ ਆ ਜਾਏ, ਪਹਿਲੇ ਸਾਡੇ ਉਹਦੇ ਵਿੱਚ ਪੰਜਾਬ 'ਚ ਅੰਦਰ ਆ ਜਾਏ, ਫਿਰ ਉਹਨਾਂ ਨੂੰ ਬਾਅਦ 'ਚ ਲੱਭਿਆ ਗਿਆ, ਫਿਰ ਉਸ ਤੋਂ ਬਾਅਦ ਉਸੇ ਤਰ੍ਹਾਂ ਹੀ ਉਹ ਜਿਹੜੇ ਦਿੱਲੀ ਜਿਹੜਾ ਹੋਇਆ ਸੀ ਉਹਨਾਂ ਦੇ ਵਿੱਚ ਮਸਜਿਦ ਦੇ ਵਿੱਚ, ਉਹ ਵਾਲੇ ਲੋਕ ਵੀ ਪੰਜਾਬ 'ਚ ਕੁਛ ਆਏ ਕੁਛ ਏਰੀਆ ਦੇ ਵਿੱਚ। ਔਰ ਸਭ ਤੋਂ ਜ਼ਿਆਦਾ ਹੁਣ ਜਿਹੜੇ ਨੰਦੇੜ ਤੋਂ ਮਰੀਜ਼ ਆਏ ਨੇ ਉਹਨਾਂ ਨੂੰ ਵੀ ਪਹਿਲੇ ਅੰਦਰ ਘੁੱਸਣ ਦਿੱਤਾ, ਫਿਰ ਉਹਨਾਂ ਨੂੰ ਬਾਅਦ 'ਚ ਕਲੈਕਟ ਕਰਕੇ ਤੇ ਫਿਰ ਬਾਅਦ 'ਚ ਉਹਨਾਂ ਦੀ ਇਨਵੈਸਟੀਗੇਸ਼ਨ ਸ਼ੁਰੂ ਕੀਤੀ। ਤੇ ਇਸ ਕਰਕੇ ਇਹ ਲੈਪਸਿਸ ਹੋਈਆਂ ਨੇ ਪੰਜਾਬ 'ਚ। ਜੇ ਤਿੰਨ ਚੀਜ਼ਾਂ ਦੀ ਲੈਪਸਿਸ ਨਾ ਹੁੰਦੀ ਤਾਂ ਸ਼ਾਇਦ ਪੰਜਾਬ ਦੇ ਹਾਲਾਤ ਇੰਨੇ ਜ਼ਿਆਦਾ ਖਰਾਬ ਨਾ ਹੁੰਦੇ। ਇਸੇ ਕਰਕੇ ਹੀ ਕਰਫਿਊ ਗੌਰਮੈਂਟ ਨੂੰ ਵਧਾਉਣਾ ਪਿਆ ਵੀ ਇੱਥੇ ਨੰਬਰ ਜਿਹੜਾ ਹੈ ਉਹ ਲਗਾਤਾਰ ਵਧੀ ਜਾ ਰਿਹਾ, ਘਟਣ ਦਾ ਨਾਂ ਨਹੀਂ ਹੈ। ਹੁਣ ਵੀ NRI ਪਾਪੂਲੇਸ਼ਨ ਬਾਹਰੋਂ ਆ ਰਹੀ ਹੈ, ਜਹਾਜ਼ਾਂ ਦੇ ਥਰੂ ਹੁਣ ਦੁਆਰਾ ਉਹਨਾਂ ਦੀ ਆਵਾਜਾਈ ਸ਼ੁਰੂ ਹੋ ਗਈ ਹੈ। ਔਰ ਪੰਜਾਬ 'ਚ ਤਾਂ ਤੁਹਾਨੂੰ ਪਤਾ ਹੀ ਹੈ, ਖਾਸ ਕਰਕੇ ਦੁਆਬਾ ਇਲਾਕਾ 'ਚ ਤਾਂ ਬਹੁਤ ਹੀ ਜ਼ਿਆਦਾ NRI ਨੇ। ਅਤੇ ਇਹ ਫਿਰ ਜਿਸ ਲਈ ਆ ਜਾਣਗੇ, ਜੇ ਇਹਨਾਂ ਨੂੰ ਪੂਰੀ ਤਰ੍ਹਾਂ ਸਕਰੀਨ ਨਹੀਂ ਕੀਤਾ ਗਿਆ ਔਰ ਆਉਣ ਤੋਂ ਪਹਿਲੇ ਇਹਨਾਂ ਨੂੰ ਬਾਰਡਰ 'ਤੇ ਹੀ ਆਈਸੋਲੇਟ ਨਹੀਂ ਕੀਤਾ ਗਿਆ ਔਰ ਟੈਸਟ ਨਹੀਂ ਕੀਤਾ ਗਿਆ ਜਾਂ ਪੂਰੀ ਸਕਰੀਨਿੰਗ ਨਹੀਂ ਕੀਤੀ ਗਈ, ਤਾਂ ਫਿਰ ਇਹ ਦੁਆਰਾ ਵਧਣ ਦੀ ਉਮੀਦ ਹੋਏਗੀ। ਇਸ ਕਰਕੇ ਜਿਹੜੀ ਪੁਰਾਣੀ ਗਲਤੀ ਹੋਈ ਹੈ ਉਹਨੂੰ ਹੁਣ ਧਿਆਨ 'ਚ ਰੱਖਦੇ ਹੋਏ ਗੌਰਮੈਂਟ ਨੂੰ ਨਵੇਂ ਬੰਦੇ ਜਿਹੜੇ ਪੰਜਾਬ 'ਚ ਆਉਣਗੇ ਅਤੇ ਖਾਸ ਕਰਕੇ NRI ਜਿਹੜੇ ਦੁਆਬਾ 'ਚ ਆਉਣਗੇ, ਉਹਨਾਂ ਨੂੰ ਪੂਰੀ ਹਿਦਾਇਤਾਂ ਦੇਣੀਆਂ ਚਾਹੀਦੀਆਂ ਆਪਣੇ ਸਟਾਫ ਨੂੰ, ਔਰ ਆਪਣੇ ਵੱਲੋਂ ਵੀ ਉਹਨਾਂ ਨੂੰ ਪੂਰਾ ਧਿਆਨ ਕਰਨਾ ਚਾਹੀਦਾ ਵੀ ਉਹ ਕਿਤੇ ਨਵੇਂ ਸਿਰੋਂ ਹੋਰ ਬਿਮਾਰੀ ਨਾ ਲੈਣ। ਤੇ ਸਰ ਆਖਰੀ ਸਵਾਲ ਇਸ ਇੰਟਰਵਿਊ ਦਾ ਮੈਂ ਇਹੀ ਕਰਾਂਗਾ ਕਿ ਗਵਰਨਮੈਂਟ ਨੂੰ ਐਸੀਆਂ ਕਿਹੜੀਆਂ ਰਿਬੇਟਸ ਦੇਣੀਆਂ ਚਾਹੀਦੀਆਂ ਨੇ ਜੋ ਹਾਲੇ ਤੱਕ ਮਿਲੀਆਂ ਹੀ ਨਹੀਂ, ਜਾਂ ਕਿਸੇ ਐਸੀ ਚੀਜ਼ ਵੱਲ ਧਿਆਨ ਦੇਣਾ ਚਾਹੀਦਾ ਹੈ ਜੋ ਕਿ ਉਹ ਹੈਲਪ ਕਰ ਸਕਦੇ ਨੇ ਆਪਣੇ ਪੱਧਰ 'ਤੇ? ਕਿਉਂਕਿ ਇਸ ਵੇਲੇ ਸਿਰਫ ਆਮ ਲੋਕ ਹੀ ਨਹੀਂ ਬਲਕਿ ਗਵਰਨਮੈਂਟ ਵੀ ਇਸ ਚੀਜ਼ ਤੋਂ ਜੂਝ ਰਹੀ ਹੈ ਕਿ ਇਨਕਮ ਹੀ ਨਹੀਂ ਹੈ, ਫਾਈਨਾਂਸ ਬਹੁਤ ਜ਼ਿਆਦਾ ਖਤਮ ਹੋ ਚੁੱਕਾ, ਫਾਈਨਾਂਸ ਲੋਡ ਬਹੁਤ ਵੱਧ ਚੁੱਕਾ ਹੈ।
ਤੇ ਕਿਹੜੀਆਂ ਰਿਬੇਟਸ ਉਹਨਾਂ ਨੂੰ ਦੇਣੀਆਂ ਚਾਹੀਦੀਆਂ? ਗੌਰਮੈਂਟ ਨੂੰ ਚਾਹੀਦਾ ਹੈ ਵੀ ਜਿਹੜੇ ਗਰੀਬ ਆਦਮੀ ਨੇ, ਹਾਂਜੀ, ਉਹਨਾਂ ਨੂੰ ਦਵਾਈਆਂ ਦਾ ਕੁਝ ਲੋੜ ਤਾਂ ਘੱਟ ਕਰਨ, ਹਸਪਤਾਲਾਂ ਦੇ ਵਿੱਚ ਦਵਾਈਆਂ ਦਾ ਪ੍ਰਬੰਧ ਹੋਏ ਤਾਂ ਕਿ ਉਹਨਾਂ ਨੂੰ ਸਸਤੀਆਂ ਦਵਾਈਆਂ ਮਿਲਣ। ਤੇ ਦਵਾਈਆਂ ਦਾ ਹੀ ਖਰਚਾ ਬਹੁਤ ਹੁੰਦਾ, ਬਿਮਾਰੀ ਦਾ ਆਪਣਾ ਖਰਚਾ ਤਾਂ ਹੈ ਹੀ ਹੈ ਹਸਪਤਾਲਾਂ ਦਾ, ਪਰ ਦਵਾਈਆਂ ਦਾ ਖਰਚਾ ਵੀ ਬਹੁਤ ਹੁੰਦਾ। ਤੇ ਕੁਝ ਐਸੇ ਸੈਂਟਰ ਦਵਾਈਆਂ ਦੇ ਖੋਲ੍ਹੇ ਜਾਣ ਜਿੱਥੋਂ ਕਿ ਸਸਤੀ ਦਵਾਈ ਮਿਲੇ। ਔਰ ਗੌਰਮੈਂਟ ਨੂੰ ਇਹ ਵੀ ਚਾਹੀਦਾ ਹੈ ਵੀ ਹਸਪਤਾਲਾਂ ਨੂੰ ਵੀ ਜਿੱਥੇ ਜਿੱਥੇ ਹੋ ਸਕੇ ਫਾਈਨੈਂਸ਼ੀਅਲ ਹੈਲਪ ਕਰਨ ਤਾਂ ਕਿ ਉਹ ਹੈ। ਤੇ ਜਿਹੜੇ ਸਰਕਾਰੀ ਹਸਪਤਾਲ ਨੇ ਉਹਨਾਂ ਦੇ ਵਿੱਚ ਸਟਾਫ ਨੂੰ ਇਹ ਕਰਨ ਵੀ ਉਹਨਾਂ ਨੂੰ ਅੱਛੀ ਤਰ੍ਹਾਂ ਰੱਖਣ, ਉਹਨਾਂ ਨੂੰ ਕਿਟਸ ਪ੍ਰੋਵਾਈਡ ਕਰਨ, ਉਹਨਾਂ ਨੂੰ ਅੱਛੀਆਂ ਕਿਟਸ ਪ੍ਰੋਵਾਈਡ ਕਰਨ ਤਾਂ ਕਿ ਉਹ ਬਿਨਾਂ ਕਿਸੇ ਡਰ ਦੇ ਆਪਣਾ ਕੰਮ ਕਰ ਸਕਣ ਤਾਂ ਹੀ ਇਸੇ ਬਿਮਾਰੀ ਨਾਲ ਲੜ ਸਕਦੇ ਆ। ਕਿਉਂਕਿ ਇਹ ਬਿਮਾਰੀ ਬੜੀ ਲੰਬੀ ਚੱਲਣ ਵਾਲੀ ਹੈ, ਇਹ ਮਹੀਨਿਆਂ ਬੱਧੀ ਜਾਂ ਸਾਲ ਬੱਧੀ ਵੀ ਚੱਲਣੀ ਹੈ। ਔਰ ਉਸ ਤੋਂ ਬਾਅਦ ਵੀ ਲੋਕਾਂ ਨੂੰ ਆਪਣਾ ਲਾਈਫ ਸਟਾਈਲ ਜਿਹੜਾ ਉਹ ਚੇਂਜ ਕਰਨਾ ਪੈਣਾ ਇਸ ਬਿਮਾਰੀ ਦੇ ਵਾਸਤੇ। ਤੇ ਹਰ ਚੀਜ਼ ਦੇ ਵਿੱਚ ਸਾਰੀ ਚੇਂਜਿਸ ਆਉਣੀਆਂ ਨੇ। ਜੇ ਹਸਪਤਾਲਾਂ ਦੇ ਵਿੱਚ ਮਰੀਜ਼ ਨੂੰ ਦੇਖਣਾ ਤਾਂ, ਜੇ ਉਹਨਾਂ ਨੂੰ ਰੈਸਟੋਰੈਂਟ 'ਤੇ ਜਾਣਾ ਤਾਂ, ਜੇ ਉਹਨਾਂ ਨੇ ਕਿਤੇ ਵਿਆਹ ਸ਼ਾਦੀਆਂ ਕਰਨੀਆਂ ਤਾਂ, ਇਹਨਾਂ ਚੀਜ਼ਾਂ 'ਚ ਵੀ ਬੜਾ ਧਿਆਨ ਕਰਨਾ ਚਾਹੀਦਾ। ਇੱਕ ਚੀਜ਼ ਜਿਹੜੀ ਗੌਰਮੈਂਟ ਨੂੰ ਕਰਨੀ ਚਾਹੀਦੀ ਹੈ ਉਹ ਬੜੀ ਆ, ਉਹਦੇ ਪੱਧਰ 'ਤੇ ਹਜੇ ਬਹੁਤ ਘੱਟ ਕੰਮ ਹੋਇਆ ਵੀ ਕੋਵਿਡ ਦਾ ਜਿਹੜਾ ਮਰੀਜ਼ ਮਰ ਜਾਂਦਾ ਉਹਨੂੰ ਬੜੀ ਬੁਰੀ ਨਜ਼ਰ ਨਾਲ ਦੇਖਿਆ ਜਾਂਦਾ। ਉਹਦਾ ਦਾਹ ਸੰਸਕਾਰ ਵੀ ਜਿਹੜਾ ਹੈ ਉਹ ਕਰਨਾ ਮੁਸ਼ਕਿਲ ਹੋ ਜਾਂਦਾ। ਇਹਨੂੰ ਗੌਰਮੈਂਟ ਨੇ ਇਸ ਪਾਸੇ ਕੋਈ ਕਦਮ ਨਹੀਂ ਉਠਾਇਆ ਅਜੇ ਕਿ ਲੋਕਾਂ ਨੂੰ ਸਮਝਾਏ, ਐਡਸ ਦੇ ਜਾਂ ਲੋਕਾਂ ਨੂੰ ਸਮਝਾਉਣ ਵੀ ਇੱਧਰ ਧਿਆਨ ਦਿਓ ਤਾਂ ਕਿ ਲੋਕ ਇਹ ਸਮਝਣ ਵੀ ਉਹ ਕੋਵਿਡ ਮਰੀਜ਼ ਤੇ ਜਿਸ ਲਈ ਉਹਨੂੰ ਸਾਡੀ ਪ੍ਰਥਾ ਦੇ ਨਾਲ ਜਲਾ ਦਿੱਤਾ ਜਾਂਦਾ, ਉੱਥੇ ਇੰਨੀ ਜ਼ਿਆਦਾ ਟੈਂਪਰੇਚਰ ਹੁੰਦੀ ਹੈ ਵੀ ਸਵਾਲ ਹੀ ਨਹੀਂ ਪੈਦਾ ਹੁੰਦਾ ਕੋਵਿਡ ਫੈਲਣ, ਕੋਈ ਵੀ ਵਾਇਰਸ ਉੱਥੇ ਜਿੰਦਾ ਨਹੀਂ ਰਹਿ ਸਕਦਾ। ਹਾਂਜੀ, ਤੇ ਕਿਨਾ ਇਸ ਕਰਕੇ ਇਹ ਹਜੇ ਤੱਕ ਵੀ ਤੰਗੀ ਆ ਰਹੀ ਹੈ। ਐਡੇ ਵੱਡੇ ਗਿਆਨੀ ਸੀ ਵਿਚਾਰੇ, ਉਹਨਾਂ ਨੂੰ ਵੀ ਸੰਸਕਾਰ ਕਰਨ 'ਚ ਇੰਨੀ ਮੁਸ਼ਕਿਲ ਹੋਈ ਹੈ। ਇਸ ਪਾਸੇ ਗੌਰਮੈਂਟ ਧਿਆਨ ਨਹੀਂ ਦੇ ਰਹੀ। ਇਹਦੇ ਵਾਸਤੇ ਪ੍ਰੈਸ ਨੂੰ ਵੀ ਚਾਹੀਦਾ ਤੇ ਗੌਰਮੈਂਟ ਨੂੰ ਵੀ ਚਾਹੀਦਾ ਵੀ ਉਹਨਾਂ ਨੂੰ ਅਸਲੀ ਚੀਜ਼ ਦੱਸਣ ਵੀ ਇਹ ਜਿਹੜਾ ਹੈ ਇਹ ਸਾਡੀ ਪੱਧਤੀ ਜਿਹੜੀ ਹੈ ਇਹਦੇ ਵਿੱਚ ਕੋਵਿਡ ਨਹੀਂ ਫੈਲਦਾ। ਇਨਫੈਕਟ ਉਹਦੇ ਨਾਲ ਕੋਵਿਡ ਖਤਮ ਹੋ ਜਾਂਦਾ ਉਸ ਬੰਦੇ ਦੇ ਸਰੀਰ ਦੇ ਵਿੱਚ। ਇਹ ਗੱਲ ਸਮਝਾਉਣੀ ਬੜੀ ਜ਼ਰੂਰੀ ਹੈ। ਸੋ ਤੁਸੀਂ ਖੁਦ ਸੁਣਿਆ ਕਿ ਕਿਸ ਤਰੀਕੇ ਦੇ ਨਾਲ ਡਾਕਟਰ ਵਿਜੇ ਮਹਾਜਨ ਜੀ ਨੇ ਇਹ ਦੱਸਿਆ ਹੈ ਕਿ ਜਿਹੜਾ ਕੋਵਿਡ ਵਾਲੇ ਪੇਸ਼ੈਂਟਸ ਨੇ ਉਹਨਾਂ ਨੂੰ ਗਵਰਨਮੈਂਟ ਨੂੰ ਜਿਹੜਾ ਸੰਸਕਾਰ ਕਰਨ ਦੇ ਵਿੱਚ ਇੰਨੀ ਦਿੱਕਤ ਆ ਰਹੀ ਹੈ ਉਸ ਬਾਰੇ ਲੋਕਾਂ ਨੂੰ ਅਵੇਅਰ ਕਰਨਾ ਚਾਹੀਦਾ। ਨਾਲੋਂ ਨਾਲ ਜਿਹੜੇ ਹਾਰਟ ਪੇਸ਼ੈਂਟਸ ਨੇ, ਬੀਪੀ ਪੇਸ਼ੈਂਟਸ ਨੇ ਜਾਂ ਡਾਇਬਟਿਕ ਪੇਸ਼ੈਂਟ ਨੇ, ਉਹ ਇੱਕ ਹਾਈ ਰਿਸਕ ਤੇ ਜ਼ਰੂਰ ਨੇ, ਪਰ ਜੇਕਰ ਉਹ ਇਹਤਿਆਤ ਵਰਤਦੇ ਨੇ ਤੇ ਉਹ ਆਪਣੀ ਪੂਰੀ ਜ਼ਿੰਦਗੀ ਨੂੰ ਉਸੇ ਤਰੀਕੇ ਦੇ ਨਾਲ, ਨਾਰਮਲ ਤਰੀਕੇ ਦੇ ਨਾਲ ਬਤੀਤ ਕਰ ਸਕਦੇ ਨੇ। ਕੈਮਰਾਮੈਨ ਜਤਿਨ ਰਾਜਪੂਤ ਦੇ ਨਾਲ ਮਨਰਾਜਦੀਪ ਚੱਠਾ, ਜਲੰਧਰ ਤੋਂ।